ਬਹੁਤ ਸਾਰੇ ਸਵਾਲ ਨੇ ਸਾਡੇ ਸਾਹਮਣੇ। ਇੱਕ ਸਵਾਲ ਇਹ ਵੀ ਆ ਕਿ ਕੀ ਔਰਤਾਂ, ਜਿਹੜਾ ਕਿ ਦੁਨੀਆ ਦੀ ਆਬਾਦੀ ਦਾ ਅੱਧਾ ਹਿੱਸਾ ਆ, ਉਹਨਾਂ ਦੀ ਹਰ ਇੱਕ ਥਾਂ ਦੇ ਵਿੱਚ ਉਹਨਾਂ ਦਾ ਅੱਧ ਹੈਗਾ ਆ? ਉਹ ਅੱਧੀਆਂ ਹੈਗੀਆਂ ਨੇ, ਚਾਹੇ ਉਹ ਪਾਰਲੀਮੈਂਟ ਆ, ਚਾਹੇ ਲੈਜਿਸਲੇਸ਼ਨ ਆ, ਚਾਹੇ ਉਹ ਸਿਟੀ ਆ, ਚਾਹੇ ਉਹ ਕੋਈ ਲਿਟਰੇਰੀ ਫੰਕਸ਼ਨਸ ਨੇ, ਲਿਟਰੇਰੀ ਆਰਗੇਨਾਈਜੇਸ਼ਨਸ ਨੇ, ਕੋਈ ਵੀ ਸੰਸਥਾਵਾਂ। ਕਿਸੇ ਸਮਾਜ ਦੀ ਤਰੱਕੀ ਦੇਖਣ ਦਾ ਇੱਕ ਜਿਹੜਾ ਤਰੀਕਾ ਇਹ ਵੀ ਆ ਕਿ ਉਸ ਸਮਾਜ ਦੀਆਂ ਔਰਤਾਂ ਨੇ ਤਰੱਕੀ ਕੀਤੀ ਹੈ। ਜੇ ਕੀਤੀ ਹੈ ਤਾਂ ਉਹ ਸਮਾਜ ਨੇ ਤਰੱਕੀ ਕੀਤੀ, ਨਹੀਂ ਤਾਂ ਨਹੀਂ ਕੀਤੀ। ਔਰਤਾਂ ਦੀ ਤਰੱਕੀ ਦੇਖਣ ਦਾ ਇੱਕ ਪੈਰਾਮੀਟਰ ਇਹ ਹੋ ਸਕਦਾ ਕਿ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਉਹਨਾਂ ਦੀ ਬਰਾਬਰਤਾ ਹੈਗੀ ਆ। ਜੇ ਨਹੀਂ ਹੈਗੀ ਤਾਂ ਕੀ ਔਰਤਾਂ ਇਸ ਕਾਬਲ ਨਹੀਂ ਆ, ਜਾਂ ਉਹਨਾਂ ਨੂੰ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਜਾਂਦਾ, ਜਾਂ ਉਹ ਆਪ ਨਹੀਂ ਆਉਂਦੀਆਂ? ਮਾਮਲਾ ਕਿੱਥੇ ਆ? ਰਿਪਰੈਜ਼ੈਂਟੇਸ਼ਨ ਬਰਾਬਰ ਨਹੀਂ ਆ। ਮੀਰਾ ਗਿੱਲ ਜੀ ਦੇ ਨਾਲ ਅਸੀਂ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਮੀਰਾ ਜੀ, ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹਾਂ, ਪੰਜਾਬੀ ਕਮਿਊਨਿਟੀ ਦੀ। ਤੁਹਾਡੇ ਹਿਸਾਬ ਨਾਲ ਹੁਣ ਔਰਤਾਂ ਕਾਫੀ ਹੋ ਗਈਆਂ ਇਹਨਾਂ ਸਾਰੀਆਂ ਸੰਸਥਾਵਾਂ ਦੇ ਵਿੱਚ? ਮੈਂ ਤੁਹਾਨੂੰ ਦੱਸਦੀ ਹਾਂ ਜੀ ਕਿ ਪਹਿਲੀ ਗੱਲ ਤਾਂ ਮੁਬਾਰਕਾਂ ਤੁਹਾਡੇ ਦੇਖਣ ਵਾਲਿਆਂ ਨੂੰ ਅੱਜ ਦੇ ਖਾਸ ਦਿਨ ਦੀਆਂ। ਦੂਸਰੀ ਗੱਲ ਇਹ ਕਿ ਆਪਣੀ ਕਮਿਊਨਿਟੀ ਕਿਸ ਲੈਵਲ 'ਤੇ, ਬਹੁਤ ਸੀਰੀਅਸ ਮੁੱਦਾ, ਪਰ ਉਹ ਹਰ ਜਿਹੜਾ ਸੀਰੀਅਸ ਮੁੱਦਾ ਮੈਨੂੰ ਲੱਗਦਾ ਪਿਆਰ ਨਾਲ ਨਜਿੱਠਣਾ ਚਾਹੀਦਾ। ਅਤੇ ਜਦੋਂ ਵੀ ਤੁਸੀਂ ਜੇ ਦੇਖਣਾ ਕਿ ਆਪਣੀ ਕਮਿਊਨਿਟੀ ਕਿੱਥੇ ਕੁ ਪਹੁੰਚੀ ਆ, ਜਿੰਨੇ ਵੀ ਅਖਬਾਰ ਨੇ ਅੱਜ ਦੇ ਤੁਸੀਂ ਜਾ ਕੇ ਦੇਖ ਲਓ, ਜਿੰਨੀਆਂ ਵੀ ਐਸੋਸੀਏਸ਼ਨਸ ਦੀਆਂ ਫੋਟੋਆਂ ਆ ਰਹੀਆਂ, ਜੇ ਉਹਨਾਂ ਦੀਆਂ ਫੋਟੋਆਂ ਦੇ ਵਿੱਚ 50% ਔਰਤ ਦੀ ਰੈਪਰਜੈਂਟੇਸ਼ਨ ਹੈਗੀ ਤਾਂ ਇਹਦਾ ਮਤਲਬ ਹੈ ਕਿ ਆਪਾਂ ਪਹੁੰਚ ਰਹੇ ਹਾਂ ਉੱਥੇ, ਹੈ ਨਾ। ਅਤੇ ਜੇ ਉਹ ਨਹੀਂ ਹੈ ਤਾਂ ਇਹਦਾ ਆਪਣੇ ਕੋਲ ਹੋਰ ਕੋਈ ਮੈਜਰਿੰਗ ਹੈ ਵੀ ਹੋਰ ਕੋਈ ਦਿਸ ਇਜ਼ ਅ ਵੈਰੀ ਈਜ਼ੀ ਵੇ ਟੂ ਫਿਗਰ ਦਿਸ ਆਊਟ, ਹੈ ਨਾ। ਅਤੇ ਮੈਂ ਤੁਹਾਨੂੰ ਆਪਣੇ ਜਿੱਦਾਂ ਹੋਰ ਆਪਾਂ ਜ਼ਿੰਦਗੀ 'ਚ ਸਾਰੇ ਜਾਣੇ ਬਹੁਤ ਕੰਮ ਕਰਦੇ ਹਾਂ, ਪਰ ਇੱਕ ਕੰਮ ਮੈਂ ਖਾਸ ਕਰਦੀ ਹਾਂ ਕਿ ਜਦੋਂ ਵੀ ਸੋਸ਼ਲ ਮੀਡੀਆ 'ਤੇ ਮੈਂ ਕੋਈ ਇਹੋ ਜਿਹੀ ਫੋਟੋ ਦੇਖਦੀ ਹਾਂ ਤਾਂ ਮੈਂ ਉਹਨਾਂ ਦੇ ਔਰਗੇਨਾਈਜ਼ਰਸ ਨੂੰ ਬੜਾ ਪੋਲਾਈਟਲੀ, ਬੜੇ ਸਤਿਕਾਰ ਦੇ ਨਾਲ ਇੱਕ ਮੈਸੇਜ ਭੇਜ ਦਿੰਦੀ ਹਾਂ ਵੀ ਬਾਈ ਜੀ, ਆਪਣੇ ਕੀ ਕੋਈ ਔਰਤਾਂ ਦੇ ਕੋਲ ਵਕਤ ਨਹੀਂ ਸੀਗਾ ਤੁਹਾਡਾ ਇਹ ਲੀਡਰਸ਼ਿਪ ਵਿੱਚ ਆਉਣ ਨੂੰ? ਵੀ ਜੇ ਹੁੰਦੀਆਂ ਤਾਂ ਸ਼ਾਇਦ ਆਪਣੀ ਇਹ ਔਰਗੇਨਾਈਜੇਸ਼ਨ ਹੋਰ ਵੀ ਅੱਗੇ ਬਹੁਤ ਫੁੱਲਦੀ। ਇਹ ਮੈਸੇਜ ਮੈਨੂੰ ਭੇਜਦਿਆਂ ਨੂੰ, ਜੇ ਮੈਂ ਕਿਤੇ ਆਪਣਾ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇਖਾਂ, ਕਿ ਮੈਂ ਕਹਾਂ ਵੀ ਇੰਨੇ ਕੁ ਮੈਸੇਜਿਸ ਮੈਂ ਇੰਨੀਆਂ ਡਿਫਰੈਂਟ ਔਰਗੇਨਾਈਜੇਸ਼ਨ ਨੂੰ ਭੇਜ ਚੁੱਕੀ ਹਾਂ, ਅਤੇ ਤਾਂ ਕਿ ਉਹਨਾਂ ਦਾ ਕਿਤੇ ਨਾ ਕਿਤੇ ਉਹ ਖਿਆਲ ਆ ਜਾਵੇ, ਹੈ ਨਾ। ਵੀ ਮੈਂ ਕਹਿੰਦਾ ਵੀ ਆਪਾਂ ਕੀ ਕਰ ਸਕਦੇ ਹਾਂ ਜੀ, ਅਸੀਂ ਵੀ ਇਕੁਆਲਿਟੀ ਲਈ ਸਿਰਫ ਜੇ ਤੁਸੀਂ ਇਹਨਾਂ ਸਵਾਲ ਵੀ ਚੱਕ ਲੈਂਦੇ ਹੋ ਕਦੇ, ਮੈਨੂੰ ਲੱਗਦਾ ਕਿ ਉਹ ਬਹੁਤ ਵਧੀਆ ਸਟੈਪ ਹੋ ਜਾਂਦਾ। ਇਹਦਾ ਜਵਾਬ ਕੀ ਹੁੰਦਾ ਜੀ ਉਹਨਾਂ ਵੱਲੋਂ? ਉਹਨਾਂ ਕੋਲ ਵਕਤ ਨਹੀਂ ਸੀਗਾ ਜੀ। ਅਸੀਂ ਕਈਆਂ ਨੂੰ, ਅੱਛਾ ਫਿਰ ਉਹਨਾਂ ਦੀ ਬੜੀ ਕਾਹਲੀ ਦੇ ਨਾਲ ਸੀ, ਉਹਨਾਂ ਨੂੰ ਵੀ ਫੋਨ ਕੀਤਾ ਜੀ, ਉਹ ਨਹੀਂ ਸੀ ਜੀ ਆ ਸਕੇ। ਉਹ ਨਹੀਂ, ਮਤਲਬ ਮੈਂ ਵਾਕਈ ਜਿਹੜੇ ਤੁਸੀਂ ਨਾ ਉਹ ਮੈਸੇਜਿਸ ਜਿਹੜੇ ਨੇ ਉਹ ਇਹੋ ਜਿਹੇ ਆਉਂਦੇ ਆ, ਜਾਂ ਉਹ ਕਹਿਣਗੇ ਐਕਚੁਅਲੀ ਕਈ ਵਾਕਈ ਜੈਨੂਅਨ ਵੀ ਹੁੰਦੇ ਆ। ਉਹ ਕਹਿਣਗੇ ਮੀਰਾ ਥੈਂਕ ਯੂ ਵੈਰੀ ਮੱਚ ਵੀ ਤੁਸੀਂ ਇਹ ਸਾਨੂੰ, ਸਾਡੀ ਜ਼ਿੰਮੇਵਾਰੀ ਕਰਨੀ, ਤੁਸੀਂ ਸਾਨੂੰ ਯਾਦ ਕਰਾਇਆ, ਅਗਲੀ ਵਾਰੀ ਅਸੀਂ ਹੋਰ ਕੋਸ਼ਿਸ਼ ਕਰਾਂਗੇ। ਸੋ ਵੈਰਾਈਟੀ ਆਫ ਦਿਸ, ਜਾਂ ਤੁਸੀਂ ਕੰਪਲੀਟ ਐਰੋਗੈਂਸ ਵੀ ਹੁੰਦੀ ਹੈ, ਵੀ ਨਹੀਂ ਇਟਸ ਓਕੇ। ਔਰਤਾਂ ਦਾ ਇੱਥੇ ਜੇ ਨਹੀਂ ਵੀ ਔਰਤਾਂ ਹੈਗੀਆਂ ਤਾਂ ਕੰਪੀਟੈਂਟ ਔਰਤਾਂ ਨਹੀਂ ਵੀ ਹੈਗੀਆਂ ਤਾਂ ਫਿਰ ਅਸੀਂ ਕੀ ਕਰੀਏ? ਸੋ ਐਕਸਟ੍ਰੀਮ ਤੋਂ ਲੈ ਕੇ ਬਹੁਤ ਪੋਲਾਈਟ ਆਨਸਰ ਵੀ ਹੈਗੇ ਆ, ਪਰ ਮੈਨੂੰ ਲੱਗਦਾ ਕਿਸੇ ਤੋਂ ਝਿਜਕਣ ਦੀ ਲੋੜ ਨਹੀਂ। ਜਿਹੋ ਜਿਹਾ ਵੀ ਕੋਈ ਜਵਾਬ ਆ, ਕਿਤੇ ਨਾ ਕਿਤੇ ਬੈਕ ਆਫ ਦੇਅਰ ਮਾਈਂਡ ਉਹ ਗੱਲ ਕਿਤੇ ਉਹਨਾਂ ਦੀ ਰਜਿਸਟਰ ਹੋ ਗਈ ਹੈ ਕਿ ਜੇ ਮੀਰਾ ਇੱਕ ਔਰਤ, ਸਾਦੀ ਔਰਤ ਸਰੀ ਦੇ ਵਿੱਚ ਬੈਠੀ ਹੈ, ਸਵਾਲ ਚੱਕ ਰਹੀ ਹੈ ਕਿ ਕੀ ਹਜ਼ਾਰਾਂ ਔਰਤਾਂ ਜਿਹੜੀਆਂ ਸ਼ਾਇਦ ਕੱਲ੍ਹ ਨੂੰ ਸਾਨੂੰ ਵੋਟ ਦੇਣਗੀਆਂ, ਕੱਲ੍ਹ ਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਅਟੈਂਡ ਕਰਨਗੀਆਂ, ਜਾਂ ਇਹਨਾਂ ਦੇ ਖਾਵੰਦ, ਇਹਨਾਂ ਦੇ ਬੱਚੇ ਸਾਡੇ ਕਿਸੇ ਜੋ ਵੀ ਅਸੀਂ ਮੈਸੇਜ ਦੇਣ ਜਾ ਰਹੇ ਹਾਂ, ਕੀ ਇਹ ਕੀ ਸਾਡਾ ਲਾਸ ਹੋ ਸਕਦਾ? ਸੋ ਜੇ ਇੰਨਾ ਕਿ ਇਸ ਗੱਲ ਨੂੰ ਅਵੇਅਰਨੈਸ ਆਪਾਂ ਟਿੰਗ 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 ਕਰਕੇ ਉਹਨਾਂ ਦੇ ਕਰ ਦਿੱਤਾ, ਮੈਨੂੰ ਲੱਗਦਾ ਕਿ ਇਹ ਕੰਟਰੀਬਿਊਸ਼ਨ ਹੈ ਜੀ। ਤੁਹਾਨੂੰ ਕਾਰਨ ਕੀ ਲੱਗਦਾ ਇਹਦਾ? ਕਿਉਂ ਨਹੀਂ ਉਹ ਸੱਦਦੇ ਤੁਹਾਡੇ ਹਿਸਾਬ ਨਾਲ? ਕੀ ਕਾਰਨ ਆ? ਬਹੁਤ ਕਾਰਨ ਹੈ। ਜਿੱਦਾਂ ਹੁਣ ਤੁਸੀਂ ਮੈਂ ਦੱਸਦੀ ਹਾਂ ਵੀ ਜਿੱਦਾਂ ਹੁਣ ਆਪਣੀ ਇੱਥੇ ਸਿਵਿਕ ਇਲੈਕਸ਼ਨਸ ਹੋਣੀਆਂ, ਹੈ ਨਾ, ਅਤੇ ਆਪਾਂ ਹਰ ਵਾਰੀ ਮੁਬਾਰਕਾਂ ਦਿੰਦੇ ਹਾਂ ਜੀ, ਇੰਟਰਨੈਸ਼ਨਲ ਵੂਮਨਸ ਡੇ, ਖਾਸ ਕਰਕੇ ਪੋਲੀਟੀਸ਼ੀਅਨਸ ਦਿੰਦੇ ਆ। ਮੈਨੂੰ ਵੀ ਇੱਕ ਦੋ ਜਾਣਿਆਂ ਦੀ ਸਿੱਧੇ ਤਰੀਕੇ ਦੇ ਨਾਲ ਅਪਰੋਚ ਹੋਈ, ਪਰ ਮੈਂ ਸੋਚ ਰਹੀ ਹਾਂ ਵੀ ਮੈਂ ਦਿਸ ਇਜ਼ ਦ ਫੀਲਡ ਫॉर ਮੀ, ਕਿ ਮੈਂ ਇਸ ਪਲੇਟਫਾਰਮ 'ਤੇ ਜਾ ਕੇ ਕੀ ਕਰਨ ਜਾ ਰਹੀ ਹਾਂ, ਮੈਂ ਵਟ ਐਗਜ਼ੈਕਟਲੀ ਇਜ਼ ਗੋਇੰਗ ਟੂ ਬੀ ਮਾਈ ਆਊਟਕਮ। ਸੋ ਉਹਦੇ ਲਈ ਸੋਚ ਰਹੇ ਹਾਂ। ਪਰ ਕਿੰਨੀਆਂ ਕੁ ਔਰਤਾਂ ਨੂੰ ਪਹਿਲੀ ਗੱਲ ਅਪਰੋਚ ਕੀਤਾ ਜਾ ਰਿਹਾ, ਰਾਈਟ, ਅਤੇ ਕਿਸ ਕਰਕੇ ਅਪਰੋਚ ਕੀਤਾ ਜਾ ਰਿਹਾ? ਆਰ ਦੇ ਸਿੰਪਲੀ ਪੁਟਿੰਗ ਵੀ ਓਕੇ ਟਿਕ ਮਾਰਕ ਕਰਨਾ, ਜਾਂ ਉਹ ਔਰਤਾਂ ਨੂੰ ਅਪਰੋਚ ਕਰ ਰਹੀ ਹੈ ਕਿ ਸਾਨੂੰ ਇੱਥੇ ਇੱਕ ਸੁਹਿਰਦ ਔਰਤ ਦੀ ਜ਼ਰੂਰਤ ਹੈ, ਤਾਂ ਕਿ ਜਿਹੜੇ ਸਾਡੇ ਇੱਕ ਜਿਹੜਾ ਸਪੈਕਟਰਮ ਆ, ਇੱਕ ਵਿਜ਼ਨ ਹੈ ਸਾਡਾ, ਸਰੀ ਨੂੰ ਅਸੀਂ ਰਿਪਰੈਜ਼ੈਂਟ ਕਰਨਾ ਤਾਂ ਵੱਡਾ ਹੋ ਸਕੇ। ਸੋ ਇਹਦੀ ਬਹੁਤ ਵਜ੍ਹਾ ਨੇ, ਕਿਉਂਕਿ ਇੱਕ ਜਿਹੜੀ ਵੱਡੀ ਇੱਕ ਵਜ੍ਹਾ ਜਿਹੜੀ ਹੈ ਕਿ ਔਰਤ ਨਾਲ ਡਾਇਲੋਗ ਕਰਨਾ ਮਰਦ ਨੂੰ ਨਹੀਂ ਆਇਆ ਹਜੇ, ਖਾਸ ਕਰਕੇ ਡਿਸੀਜਨ ਮੇਕਿੰਗ ਟੇਬਲ 'ਤੇ ਬਰਾਬਰ 'ਤੇ ਹੋ ਕੇ ਡਾਇਲੋਗ ਕਰਨਾ ਹਜੇ, ਸ਼ਾਇਦ ਮੈਂ ਐਕਸਕਲੂਸਿਵਲੀ ਜਾਂ ਸਾਰਾ ਇਨਕਲੂਡਿੰਗ ਨਹੀਂ ਕਰ ਰਹੀ, ਪਰ ਮੈਂ ਇਨ ਜਨਰਲ ਗੱਲ ਕਰਦੀ ਹਾਂ ਕਿ ਔਰਤ ਨਾਲ ਜਦੋਂ ਤੁਸੀਂ ਡਿਸੀਜਨ ਮੇਕਿੰਗ ਟੇਬਲ 'ਤੇ, ਖਾਸ ਟੇਬਲ 'ਤੇ ਬੈਠ ਕੇ ਗੱਲ ਕਰਦੇ ਹਾਂ, ਔਰਤ ਦੇ ਖਿਆਲਾਤ, ਔਰਤ ਦੀ ਵੈਰਾਈਟੀ ਆਫ ਕੁਐਸ਼ਨਿੰਗ, ਔਰਤ ਜਦੋਂ ਸਵਾਲ ਕਰਦੀ ਹੈ ਤਾਂ ਉਹਨਾਂ ਨੂੰ ਲੱਗਦਾ ਉਹ ਅੱਛਾ ਹੀ ਸਵਾਲ ਕਰਦੀ ਹੈ। ਸੋ ਆਪਾਂ ਨੂੰ ਇਹੋ ਜਿਹੀ ਔਰਤ ਚਾਹੀਦੀ ਹੈ ਜਿਹੜੀ
ਇੱਕ ਸਾਨੂੰ 5 ਜਾਂ 7 ਵੋਟਾਂ ਚਾਹੀਦੀਆਂ, ਆਪਾਂ ਉਸ ਔਰਤ ਨੂੰ ਅਪਰੋਚ ਕਰਨਾ ਜਿਹੜੀ ਉਹ ਸਾਨੂੰ ਹਾਂ ਕਰ ਸਕੇ। ਪਰ ਇਹਦਾ ਹੁਣ ਇਹ ਕਿੱਦਾਂ ਮਿਣਿਆ ਜਾਵੇ ਵੀ ਉਹ ਸਹੀ ਔਰਤ ਕੌਣ ਆ ਤੇ ਕਿਹਨੂੰ ਅਪਰੋਚ ਕਰ ਰਿਹਾ? ਸਾਡੀਆਂ ਕਿੰਨੀਆਂ ਰਿਪਰੈਜ਼ੈਂਟ ਕਰ ਰਹੀਆਂ ਨੇ ਸਾਨੂੰ ਜਿਹੜੀਆਂ ਫੀਮੇਲ ਨੇ, ਤਾਂ ਵੀ ਇਹਨੂੰ ਕਿੱਦਾਂ ਮੰਨਿਆ ਜਾਵੇ ਵੀ ਉਹ ਕਿਹੜੇ ਇਰਾਦੇ ਨਾਲ ਅਪਰੋਚ ਕਰ ਰਹੇ ਨੇ? ਸਿਰਫ ਟਿਕ ਮਾਰ ਕਰ ਲਈ ਜਾਂ ਸੱਚੀਓ? ਦੇਖੋ ਮੈਂ ਕਈ ਵਾਰੀ ਹੁੰਦਾ ਵੀ ਔਰਤ ਦੀ ਕੁਆਲੀਫਿਕੇਸ਼ਨਸ ਬਹੁਤ ਵੱਡੀਆਂ ਭਾਲਦੇ ਆ ਲੋਕੀ, ਵੀ ਉਹਨੇ ਇਹ ਵੀ ਕੀਤਾ ਹੋਵੇ, ਇਹ ਵੀ ਕੀਤਾ ਹੋਵੇ, ਇਹ ਵੀ ਕੀਤਾ ਹੋਵੇ, ਤੇ ਬੰਦੇ ਨੇ ਸ਼ਾਇਦ ਕੋਈ ਇੱਥੇ 4-5 ਘਰ ਵਿੱਚ ਹੁਣ 4-5 ਫੱਟੇ ਲੱਗੇ ਹੋਣ, ਉਹਦੇ ਕੋਲੇ ਇੰਨੇ ਕੁ ਲੱਖ ਰੁਪਈਆ ਹੋਵੇ ਤਾਂ ਉਹਨੂੰ ਵੀ ਕਰ ਦਿੰਦੇ ਆ। ਐਂਡ ਜਦੋਂ ਔਰਤ ਨੂੰ ਕਿਤੇ ਕੋਈ ਪੋਜੀਸ਼ਨ ਦੇ ਵਿੱਚ ਉਹਨਾਂ ਨੇ ਅਪਰੋਚ ਕਰਨਾ ਤਾਂ ਫਿਰ ਉਹ ਸੋਚਦੇ ਆ ਉਹਦਾ ਹੈ ਦੇयर ਇਜ਼ ਲੋਟ ਆਫ ਥਿੰਗਸ ਦੈਟ ਵੀ ਥਿੰਕ ਅਬਾਊਟ। ਸੋ ਪਹਿਲੀ ਗੱਲ ਤਾਂ ਜਿਹੜੀ ਕੁਆਲੀਫਿਕੇਸ਼ਨਸ ਇਨ ਟਰਮਸ ਆਫ ਹੈ, ਉਹ ਕਿਸੇ ਵੀ ਜੌਬ ਦੇ ਵਿੱਚ ਔਰਤ ਤੋਂ ਜ਼ਿਆਦਾ ਕੁਆਲੀਫਿਕੇਸ਼ਨ ਭਾਲਦੇ ਆ ਉਹ, ਹੈ ਨਾ, ਇਨ ਜਨਰਲ। ਤੇ ਮਰਦ ਨੂੰ ਆਪਾਂ ਇਹ ਸਵਾਲ ਨਹੀਂ ਪੁੱਛਦੇ, ਪਰ ਜਿਹੜਾ ਤੁਸੀਂ ਸਵਾਲ ਪੁੱਛਦੇ ਹੋ ਕਿ ਕੀ ਉਹ ਟਿਕ ਲਈ ਕਰ ਰਹੇ ਆ, ਆਪਾਂ ਕਮਿਊਨਿਟੀ 'ਚ ਰਹਿੰਦੇ ਹਾਂ ਤੇ ਬਹੁਤ ਛੋਟੀ ਕਮਿਊਨਿਟੀ 'ਚ ਰਹਿੰਦੇ ਹਾਂ ਸਰੀ ਦੇ ਵਿੱਚ, ਹੈ ਨਾ। ਤੇ ਮੈਨੂੰ ਲੱਗਦਾ ਕਿ ਇੱਕ ਡਿਸੀਜਨ ਦੇ ਨਾਲ ਨਹੀਂ, ਤੁਸੀਂ ਪੈਟਰਨ ਦੇਖਦੇ ਹੋ ਜਦੋਂ ਕਿਸੇ ਚੀਜ਼ ਦਾ, ਕਿ ਇਸ ਐਸੋਸੀਏਸ਼ਨ ਨੇ, ਇਸ ਪਾਰਟੀ ਨੇ ਕਿਸ ਤਰ੍ਹਾਂ ਦੇ ਪਾਰਟੀ, ਮੈਂ ਕਈ ਵਾਰੀ ਹੁੰਦਾ ਵੀ ਤੁਸੀਂ ਪਾਰਟੀ ਨੂੰ ਵੋਟ ਪਾਉਂਦੇ ਹੋ, ਕੈਂਡੀਡੇਟ ਨੂੰ ਵੋਟ ਪਾਉਂਦੇ ਹੋ। ਜਿਹੜੀ ਪਾਰਟੀ ਚੰਗੀ ਹੈ, ਚੰਗੀ ਦਾ ਮਤਲਬ ਹੈ ਜਿਹੜੀ ਸੁਹਿਰਦ ਹੈ, ਉਹ ਆਪਣੇ ਆਪ ਸੁਹਿਰਦ ਕੈਂਡੀਡੇਟਸ ਲੈ ਕੇ ਆਉਣ। ਜੇ ਉਹ ਸੁਹਿਰਦ ਕੈਂਡੀਡੇਟਸ ਨਹੀਂ ਲੈ ਕੇ ਆ ਰਹੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਪਾਰਟੀ ਦਾ ਜਿੰਨੀ ਮਰਜ਼ੀ ਵਧੀਆ ਹਿਸਟਰੀ ਹੋਵੇ, ਉਹ ਅੱਜ ਦਾ ਜਿਹੜਾ ਕਰੰਟ ਲੀਡਰ ਹੈ ਇਜ਼ ਨਾਟ ਸੁਹਿਰਦ। ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਕੋਈ ਜਿਹੜੀ ਪਾਰਟੀ ਹੈ ਜਾਂ ਕੋਈ ਗਰੁੱਪ ਹੈ ਤੁਹਾਨੂੰ ਅਪਰੋਚ ਕਰਦੇ ਆ, ਉਹ ਸੁਹਿਰਦ ਹੈ ਜਾਂ ਕਿ ਨਹੀਂ ਹੈ, ਹੈ ਨਾ। ਤਾਂ ਜੇ ਤਾਂ ਉਹ ਇੱਕ ਸਾਦੀ ਔਰਤ ਨੂੰ, ਭਾਵੇਂ ਬਹੁਤ ਯੰਗ ਬੱਚੀ ਆ, ਉਸ ਨੂੰ ਵੀ ਤੁਸੀਂ ਆਪਣੀ ਪਲੇਟਫਾਰਮ 'ਤੇ ਲੈ ਕੇ ਆ ਰਹੇ ਹੋ, ਮੈਨੂੰ ਇਹ ਲੱਗਦਾ ਕਿ ਉਹ ਕੋਈ ਬਹੁਤੀ ਕੰਟਰੀਬਿਊਸ਼ਨ ਨਹੀਂ ਹੈ। ਜੇ ਤੁਸੀਂ ਇੱਕ ਔਰਤ ਦੀ ਪੂਰੀ 50% ਆਫ ਪਾਪੂਲੇਸ਼ਨ ਨੂੰ ਰਿਪਰੈਜ਼ੈਂਟ ਕਰਨਾ, ਤਾਂ ਇੱਕ ਯੰਗ ਬੱਚੀ ਜਿਹੜੀ ਸਕੂਲ 'ਚੋਂ ਨਿਕਲੀ ਆ, ਉਹਨੇ 10ਵੀਂ ਕੀਤੀ, 12ਵੀਂ ਕੀਤੀ, ਉਸ ਤੋਂ ਬਾਅਦ ਉਹਨੇ ਜਾ ਕੇ ਡਾਕਟਰੀ ਜਾਂ ਲਾਇਰ ਕਰ ਲਈ, ਤਾਂ ਹਜੇ ਉਹਦੇ ਕੋਲ ਜ਼ਿੰਦਗੀ ਦਾ ਐਕਸਪੀਰੀਅੰਸ ਨਹੀਂ ਆ। ਜੇ ਤੁਸੀਂ ਵਾਕਈ ਕਿਸੇ ਔਰਤ ਨੂੰ, ਮੈਨੂੰ ਲੱਗਦਾ ਕਿ ਕਿਸੇ ਨੂੰ ਤੁਸੀਂ ਕੈਂਡੀਡੇਟਸ ਨੂੰ ਚੈੱਕ ਕਰਨਾ, ਤਾਂ ਕੁਛ ਇਹੋ ਜਿਹੀ ਔਰਤ ਜਿਸ ਨੇ ਜ਼ਿੰਦਗੀ ਦੇ ਵਿੱਚ ਕੋਈ 4 ਕੰਮ ਕੀਤੇ ਹੋਣ, ਕੁਛ ਦੁੱਖ ਸੁੱਖ ਆਪਣੇ ਤੇ ਹੰਡਾਏ ਹੋਣ, ਕੁਛ ਦੁੱਖ ਸੁੱਖ ਕਿਸੇ ਦੇ ਦੇਖੇ ਹੋਣ। ਜੇ ਤੁਸੀਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਆਪਾਂ ਇਲੈਕਟਡ ਆਪਣੇ ਜਿਹੜੀਆਂ ਕੈਂਡੀਡੇਸੀਜ਼ ਵੀ ਦੇਖਣ ਲੱਗ ਜਾਓਗੇ ਕਿਸੇ ਵੀ ਪਾਰਟੀ ਵੱਲੋਂ, ਫਿਰ ਤੁਹਾਨੂੰ ਪਤਾ ਕਿ ਇਹ ਸੁਹਿਰਦ ਔਰਤਾਂ ਨੂੰ ਅਪਰੋਚ ਕਰ ਰਹੇ। ਅਦਰਵਾਈਜ਼ ਦੇ ਆਰ ਜਸਟ ਲੁਕਿੰਗ ਫॉर ਵੀ ਹਾਂ ਵੀ ਇਹ ਔਰਤ ਹੈ, ਇਹ ਬਰਾਊਨ ਹੈ, ਇਹ ਯੰਗ ਹੈ, ਤੇ ਅਸੀਂ ਟਿਕ ਮਾਰਕ ਕਰ ਦਿੱਤਾ। ਇੱਥੇ ਸਾਡੀ ਕਮਿਊਨਿਟੀ ਦੇ ਵਿੱਚ ਜੇ ਅਸੀਂ ਕਹਿੰਦੇ ਕਿ ਔਰਤਾਂ ਦੀ ਰਿਪਰੈਜ਼ੈਂਟੇਸ਼ਨ ਉਹਦੀ ਨਹੀਂ ਆ, ਜਾਂ ਇਹ ਮਰਦਾਂ ਦੇ ਬਰਾਬਰ ਨਹੀਂ ਆ, ਕੈਨੇਡਾ ਸਾਰਿਆਂ ਨੂੰ ਬਰਾਬਰ ਅਧਿਕਾਰ ਦਿੰਦਾ, ਮੌਕੇ ਸਾਰਿਆਂ ਕੋਲ ਬਰਾਬਰ ਆ, ਇੱਕ ਕਾਰਨ ਕੀ ਲੱਗਦਾ ਵੀ ਕਿੱਥੇ ਨੁਕਸ ਆਏ, ਗੜਬੜ ਕਿੱਥੇ ਆ? ਦੇਖੋ, ਮੰਨੀਏ ਨਾ ਮੰਨੀਏ, ਕੈਨੇਡਾ ਹੋਵੇ, ਅਮਰੀਕਾ ਹੋਵੇ, ਹਜੇ ਜਿਹੜੀ ਫਾਈਨੈਂਸ਼ੀਅਲ ਕੰਟਰੋਲ ਆ ਜਾਂ ਪੋਲੀਟੀਕਲ ਕੰਟਰੋਲ ਹੈ, ਉਹ ਬੰਦੇ ਦੇ ਹੱਥ 'ਚ ਹੀ ਆ। ਦੈਟ ਇਜ਼ ਦ ਫੈਕਟ। ਡਿਸੀਜਨ ਮੇਕਿੰਗ ਪਾਵਰ ਇਜ਼ ਸਟਿਲ in the hands of a man, and then ਉਸ ਨੂੰ ਚੇਂਜ ਕਰਨ ਨੂੰ ਚੇਂਜ ਹੋ ਰਹੀ ਹੈ, ਪਰ ਹਜੇ ਲੈਕ ਆਫ ਪੋਲੀਟੀਕਲ ਅਵੇਅਰਨੈਸ ਜਿਹੜੀ ਔਰਤ ਦੇ ਵਿੱਚ ਹਜੇ ਹੈਗੀ ਆ, ਉਹ ਇੰਨੀ ਕੁ ਜ਼ਿਆਦਾ ਆ ਤੇ ਇੰਨੀ ਦੁਖਦਾਈ ਆ ਮੇਰੇ ਲਈ। ਮੈਨੂੰ ਸਭ ਤੋਂ ਜ਼ਿਆਦਾ ਮੈਨੂੰ ਹੁੰਦਾ ਵੀ ਸਭ ਤੋਂ ਜ਼ਿਆਦਾ ਜੇ ਮੈਨੂੰ ਦਰਦ ਜਾਂ ਦੁੱਖ, ਜਾਂ ਜੇ ਅੱਜ ਮੈਨੂੰ ਕੋਈ ਚੀਜ਼ ਮੋਟੀਵੇਟ ਕਰਦੀ ਹੈ ਵੀ ਮੈਂ ਪੋਲੀਟੀਕਲੀ ਕਿਸੇ ਚੀਜ਼ 'ਚ ਅਵੇਅਰ ਹੋਵਾਂ, ਕਿ ਔਰਤ ਜੋ ਆਪਣੇ ਬੱਚੇ ਦੇ ਮੂੰਹ 'ਚ ਪਹਿਲੀ ਬੁਰਕੀ ਤੋਂ ਲੈ ਕੇ ਉਹਦੇ ਕੱਪੜੇ ਪਾਉਣੇ, ਕਿਹੜੇ ਸਕੂਲ 'ਚ ਜਾਣਾ, ਕਿੱਥੇ ਜਾਣਾ, ਇੰਨਾ ਫਿਕਰ ਕਰਦੀ ਆ। ਉਹਨੂੰ ਇਹ ਨਹੀਂ ਪਤਾ ਕਿ ਮੇਰੇ ਬੱਚੇ ਨੇ ਪੋਰਟੇਬਲ 'ਚ ਰਹਿਣਾ, ਮੇਰੇ ਬੱਚੇ ਦੇ ਲਈ ਸੜਕਾਂ ਸੇਫ ਹੈਗੀਆਂ, ਮੇਰੇ ਉੱਥੇ ਲਾਈਟਾਂ ਲੱਗੀਆਂ ਹੋਈਆਂ ਕਿ ਨਹੀਂ ਲੱਗੀਆਂ, ਉੱਥੇ ਟ੍ਰਾਂਜ਼ਿਟ ਕਿਹੜੀ ਆ, ਉੱਥੇ ਪੁਲਿਸ ਕਿਹੜੀ। ਉਹਨੂੰ ਇੱਥੇ ਜਾ ਕੇ ਕਿਉਂ ਖ਼ਤਮ ਕਰ ਦਿੰਦੀ ਆ, ਆਪਣੇ ਦਰਵਾਜ਼ੇ ਨੂੰ ਬੰਦ ਕਰ ਦਿੰਦੀ ਹੈ। ਪਰ ਇਹ ਰਿਐਲਿਟੀ ਇਹ ਹੈ ਕਿ ਔਰਤਾਂ ਬਹੁਤੀਆਂ ਜਿਹੜੀਆਂ ਹਜੇ ਉਹ ਦਰਵਾਜ਼ਾ ਖੋਲ੍ਹ ਨਹੀਂ ਚੁੱਕੀਆਂ। ਅਤੇ ਮੈਂ ਚਾਹੂੰਗੀ ਕਿ ਮੈਂ ਅਤੇ ਹੋਰ ਬਥੇਰੀਆਂ ਇਹੋ ਜਿਹੀਆਂ ਜਿਹੜੀਆਂ ਆਪਣੀਆਂ ਬਹੁਤ ਸੁਹਿਰਦ ਔਰਤਾਂ ਅਤੇ ਉਹ ਬਹੁਤ ਕੰਮ ਕਰ ਰਹੀਆਂ, ਆਪਾਂ ਉਹਨਾਂ ਨੂੰ ਸਪੋਰਟ ਕਰੀਏ ਕਿ ਜਦੋਂ ਵੀ ਕੋਈ ਔਰਤ ਖੜੀ ਹੋ ਕੇ ਆਪਣੀ ਜ਼ਿੰਦਗੀ 'ਚੋਂ ਵਕਤ ਕੱਢ ਕੇ ਕੁਛ ਇਹੋ ਜਿਹੀ ਪੋਲੀਟੀਕਲ ਅਵੇਅਰਨੈਸ ਦੀ, ਖਾਸ ਕਰਕੇ ਯੰਗ ਬੱਚਿਆਂ 'ਤੇ, ਜਦੋਂ ਬੱਚੇ ਨੂੰ 18 ਸਾਲ ਦੇ ਨੂੰ ਵੋਟ ਦਾ ਹੱਕ ਹੈ, ਤਾਂ ਕੀ 18 ਸਾਲ ਦੇ ਨੂੰ ਪਤਾ ਹੈ ਵੀ ਮੈਂ ਕਿਹਨੂੰ ਵੋਟ ਪਾਉਣੀ ਹੈ? ਅਤੇ ਜੇ ਔਰਤ ਨੂੰ ਵੋਟ ਦਾ ਹੱਕ ਹੈ, 100 ਸਾਲ ਲੜ ਕੇ ਔਰਤ ਨੇ ਵੋਟ ਦਾ ਹੱਕ ਲਿਆ, ਅਤੇ ਉਹਨੂੰ ਇਹ ਨਹੀਂ ਪਤਾ ਅੱਜ ਮੈਂ ਵੋਟ ਕਿਹਨੂੰ ਪਾਉਣੀ ਹੈ। ਉਹਨੂੰ ਨਹੀਂ ਪਤਾ ਵੀ ਮੈਂ ਆਪਣੇ ਭਵਿੱਖ ਦੇ ਲਈ, ਬੱਚੇ ਦੇ ਭਵਿੱਖ ਲਈ ਕਿਹਨੂੰ ਵੋਟ ਪਾਉਣੀ ਹੈ, ਕਿਹੜਾ ਬੰਦਾ ਜਾ ਕੇ ਮੇਰੇ ਹੱਕਾਂ ਦੇ ਲਈ ਉਸ ਟੇਬਲ 'ਤੇ ਉਹੋ ਜਿਹੀ ਪੋਲਿਸੀ ਬਣਾਊਗਾ ਜੋ ਮੇਰੇ ਬੱਚਿਆਂ ਨੂੰ ਚਾਹੀਦੀ ਹੈ। ਅੱਜ ਇੱਥੇ ਸਟੂਡੈਂਟਸ ਆ ਰਹੇ ਆ, ਹਜ਼ਾਰਾਂ ਸਟੂਡੈਂਟਸ ਇੱਥੇ ਆ ਰਹੇ ਆ, ਸਟੂਡੈਂਟਸ ਦੇ ਲਈ ਕਿਹੋ ਜਿਹੀਆਂ ਪੋਲਿਸੀਜ਼ ਬਣ ਰਹੀਆਂ। ਉਹਨਾਂ ਸਟੂਡੈਂਟਸ ਨੇ ਤੁਹਾਡੇ ਬੇਸਮੈਂਟ 'ਚ ਰਹਿਣਾ, ਤੁਹਾਡੇ ਬਿਜ਼ਨਸਿਸ ਦੇ ਵਿੱਚ ਕੰਮ ਕਰ ਰਹੇ ਆ, ਕੱਲ੍ਹ ਨੂੰ ਉਹ ਤੁਹਾਨੂੰ ਹੀ ਸਰਵਿਸ ਕਰ ਰਹੇ, ਰਾਈਟ। ਸੋ ਉਹ ਅੱਜ ਜਿਹੜੀ ਗਵਰਨਮੈਂਟ ਹੈ, ਭਾਵੇਂ ਉਹ ਜਿਹੜੇ ਅੱਜ ਬੱਚੇ ਆ ਰਹੇ ਆ ਉਹਨਾਂ ਨੂੰ, ਜਾਂ ਤੁਹਾਡੀ ਜਿਹੜੀ ਸੀਨੀਅਰ ਕਮਿਊਨਿਟੀ ਜਿਹੜੀ ਆਪਣੀ ਬਹੁਤ ਜ਼ਿਆਦਾ ਏਜਡ ਕਮਿਊਨਿਟੀ ਹੋ ਰਹੀ ਆ, ਉਹਨਾਂ ਦੇ ਹੱਕਾਂ ਦੇ ਲਈ ਕੌਣ ਆਵਾਜ਼ ਚੁੱਕ ਰਿਹਾ। ਸੋ ਆਈ ਥਿੰਕ ਇਹਨਾਂ ਚੀਜ਼ਾਂ ਨੂੰ ਔਰਤ ਨੂੰ ਬਹੁਤ ਨੇੜਿਓਂ ਹੋ ਕੇ ਸੁਣਨਾ ਅਤੇ ਸਮਝਣਾ ਚਾਹੀਦਾ। ਵਕਤ ਬਦਲ ਰਿਹਾ, ਪਰ ਸ਼ਾਇਦ ਜਿੰਨੀ ਆਪਾਂ ਤੇਜ਼ ਚਾਹੁੰਦੇ ਹਾਂ ਕਿ ਬਦਲ ਜਾਵੇ, ਉਨੀ ਤੇਜ਼ ਨਹੀਂ ਬਦਲ ਰਿਹਾ, ਪਰ ਆਈ ਐਮ ਵੈਰੀ ਆਪਟੀਮਿਸਟਿਕ ਕਿ ਬਦਲ ਰਹੀਆਂ ਗੱਲਾਂ। ਇੰਡੀਆ ਦੇ ਵਿੱਚ ਜਨਮ ਹੋਇਆ, ਇੱਧਰ ਆ ਗਏ, ਉੱਥੇ ਹਾਲਾਤ ਵੱਖਰੇ ਸੀ,
ਇੱਥੇ ਹਾਲਾਤ ਵੱਖਰੇ ਆ। ਇੱਥੇ ਬਰਾਬਰਤਾ, ਔਰਤਾਂ ਨੂੰ ਫਾਈਨੈਂਸ਼ੀਅਲੀ ਕੰਮ ਕਰਨ ਦੀ ਖੁੱਲ੍ਹ, ਜਾਂ ਮੋਟਾ ਜਿਹਾ ਜਿਹੜਾ ਇੱਕ ਦੇਖਣ ਨੂੰ ਮਿਲਦਾ ਵੀ ਉਹ ਕਾਰ ਚਲਾਉਂਦੀਆਂ ਤੇ ਕੰਮ ਕਰਦੀਆਂ। ਕੁਛ ਲੋਕ ਕਹਿੰਦੇ ਇਨਕਲਾਬ ਆ ਗਿਆ, ਸਾਰਾ ਕੁਛ ਬਰਾਬਰ ਹੋ ਗਿਆ ਇਹਦੇ। ਕੁਛ ਲੋਕ ਕਹਿੰਦੇ ਫਰਕ ਨਹੀਂ ਪਿਆ। ਮਤਲਬ ਇੱਕ ਓਪੀਨੀਅਨ ਆ ਇਹ ਕਿ ਸਿਰਫ ਤੇ ਸਿਰਫ ਉਹਨੂੰ ਇੱਕ ਕੰਮ ਕਰਵਾਉਣਾ ਲੋੜ ਸੀ, ਇਸ ਕਰਕੇ ਉਹਨੂੰ ਇੱਥੇ ਤੱਕ ਖੁੱਲ੍ਹ ਦੇ ਦਿੱਤੀ ਗਈ, ਫੈਸਲਿਆਂ ਦੇ ਵਿੱਚ ਉਹਦਾ ਹੱਥ ਨਹੀਂ ਆ ਜੇ ਵੀ। ਹੁਣ ਇਹਨੂੰ ਤੁਸੀਂ ਕਿੱਦਾਂ ਦੇਖਦੇ ਆ ਵੀ ਉੱਥੋਂ ਦੇ ਤੇ ਇੱਥੇ ਹਾਲਤਾਂ ਦੇ ਵਿੱਚ ਔਰਤ ਮਰਦ ਦੀ ਬਰਾਬਰਤਾ ਦੇ ਵਿੱਚ ਕੋਈ ਫਰਕ ਆਇਆ ਜਾਂ ਹਾਲਾਤ ਉਹੀ ਨੇ? ਨਹੀਂ, ਫਰਕ ਜ਼ਰੂਰ ਹੈ। ਉੱਥੇ ਤਾਂ ਜਿੱਦਾਂ ਐ ਸੀ ਨਾ ਵੀ ਜਿੱਦਾਂ ਮੈਂ ਸਵੇਰੇ ਕੋਈ ਗੱਲ ਕਰ ਰਹੀ ਸੀ ਕਿਸੇ ਨਾਲ ਵੀ, ਪਹਿਲਾਂ ਨਾ ਜੇ ਉੱਥੇ ਇੰਡੀਆ ਦੇ ਵਿੱਚ ਹਜੇ ਵੀ ਜੇ ਕੋਈ ਬੋਰਡ 'ਤੇ ਕੋਈ ਬੱਚਾ 13-14 ਸਾਲਾਂ ਦਾ ਬੋਰਡ 'ਤੇ ਲਿਖ ਦਿੰਦਾ ਆਈ ਲਵ ਯੂ ਕਿਸੇ ਕੁੜੀ ਨੂੰ, ਤਾਂ ਚਾਂਸਿਸ ਆ ਕਿ ਉਹਦੇ ਪੇਰੈਂਟਸ ਉਸ ਬੱਚੀ ਨੂੰ ਕੁੱਟਣਗੇ, ਮਾਰਨਗੇ, ਝਿੜਕਣਗੇ, ਸ਼ਾਇਦ ਉਹਦਾ ਸਕੂਲ ਬੰਦ ਕਰ ਦੇਣ, ਸ਼ਾਇਦ ਉਹਦਾ ਸਕੂਲ ਚੇਂਜ ਕਰ ਦੇਣ, ਹੈ ਨਾ। ਆਹ ਰਿਐਲਿਟੀ ਤੁਸੀਂ ਸੋਚੋ ਵੀ ਇੱਕ ਬੱਚੇ ਨੇ, ਨਾਈਵ 13-14 ਸਾਲ ਦੇ ਬੱਚੇ ਨੇ, ਜਿੰਨੀ ਕੁ ਉਹਦੇ ਹਾਰਮੋਨਲ ਚੇਂਜਸ ਹੋਈਆਂ, ਉਹਨੇ 3 ਅੱਖਰ ਲਿਖਣ ਦੇ ਨਾਲ ਇੱਕ ਬੱਚੀ ਦਾ ਭਵਿੱਖ ਖਤਰੇ 'ਚ ਆ ਸਕਦਾ। ਠੀਕ ਹੈ, ਇਹ ਛੋਟੀ ਜਿਹੀ ਐਗਜ਼ਾਮਪਲ ਹੈ ਆਪਣੇ ਬਾਇਸਿਸ ਦੀ ਵੀ, ਆਪਾਂ ਕਿਸ ਤਰ੍ਹਾਂ ਇੱਥੇ ਸੋਚਦੇ ਹਾਂ। ਹਾਂ, ਕੀ ਉਹਨਾਂ ਗੱਲਾਂ ਨਾਲੋਂ ਇੱਥੇ ਫਰਕ ਪਿਆ? ਹਾਂ, ਇੱਥੇ ਫਰਕ ਪਿਆ। ਇੱਥੇ 12 ਸਾਲ ਤੱਕ ਦਾ ਬੱਚਾ ਜਿਹੜਾ 12ਵੀਂ ਤੱਕ ਜਾਂਦਾ, ਉਹ ਜ਼ਰੂਰ ਮਾਂ ਪਿਓ ਨੂੰ ਬਹੁਤ ਜ਼ਿਆਦਾ ਸੁਣਦਾ, ਪਰ ਰਿਐਲਿਟੀ ਹੈ ਕਿ 13 ਸਾਲ ਦਾ ਬੱਚਾ ਇੱਥੇ ਡਰੱਗ ਵੀ ਵੇਚ ਰਿਹਾ ਹੈ ਤੇ ਉਹ ਕਿਹੜੇ ਮਾਂ ਪਿਓ ਦੀਆਂ ਗੱਲਾਂ ਸੁਣ ਰਿਹਾ ਹੈ। ਸੋ ਇਹਦਾ ਮਤਲਬ ਹੈ ਕਿ ਡਾਇਮੈਂਸ਼ਨਸ ਜਿਹੜੀਆਂ ਚੀਜ਼ਾਂ ਨੇ ਉਹ ਬਦਲ ਰਹੀਆਂ, ਪਰ ਕੀ ਉਸ ਲੈਵਲ 'ਤੇ, ਉਸ ਮੈਚੋਰਿਟੀ ਲੈਵਲ 'ਤੇ ਬਦਲ ਰਹੀਆਂ ਜਿੱਥੇ ਆਪਾਂ ਚਾਹੁੰਦੇ ਹਾਂ, ਜਿੱਥੇ ਆਪਾਂ ਉੱਥੇ ਨਹੀਂ ਬਦਲ ਰਹੀਆਂ। ਹਾਂ, ਉਹ ਆਪਣੇ ਡਿਸੀਜਨਸ ਬਣਾ ਰਹੇ ਇੰਡੀਪੈਂਡੈਂਟਲੀ, ਦੇ ਆਰ ਐਕਸਰਸਾਈਜ਼ਿੰਗ ਸੋ ਕਾਲਡ ਦੇਅਰ ਫਰੀडम। ਭਾਵੇਂ ਬੇਟਾ ਆ ਭਾਵੇਂ ਬੇਟੀ ਆ, ਉਹ 13-14 ਸਾਲਾਂ ਤੋਂ ਜ਼ਬਰਦਸਤੀਆਂ ਕਰਨ ਲੱਗ ਜਾਂਦੇ ਆ, ਆਪਣੇ ਬੱਚਿਆਂ ਮਾਪਿਓ ਨਾਲ ਜ਼ਿੱਦਾਂ ਕਰਨ ਲੱਗ ਜਾਂਦੇ ਆ, ਪਰ ਦੇ ਆਰ ਨਾਟ ਰੀਅਲੀ ਐਟ ਦ ਏਜ ਜਿਹੜੀ ਉਹਨਾਂ ਦੀ ਐਜੂਕੇਸ਼ਨ ਸਪੋਰਟ ਸਿਸਟਮ ਦੇਣਾ, ਜਿਹੜਾ ਮਾਹੌਲ ਦੇਣਾ ਚਾਹੀਦਾ ਹੈ ਨਾ, ਕਿ ਉਹ ਆਪਣੇ ਭਵਿੱਖ ਲਈ ਸੋਚ ਸਕਣ, ਇੱਕ ਕਮਿਊਨਿਟੀ ਦੇ ਲੀਡਰ ਬਣ ਸਕਣ, ਤੇ ਉਹ ਵੀ ਲੀਡਰ ਜਿਹੜੇ ਐਥਿਕਸ ਤੇ ਮੋਰਲਸ ਦੇ ਨਾਲ ਅਟੈਚਡ ਹੋਣ। ਇਹ ਨਹੀਂ ਵੀ ਮੈਨੂੰ ਕਿਤੇ ਹੋਰ ਜੌਬ ਨਹੀਂ ਮਿਲੀ ਤਾਂ ਮੈਂ ਹੁਣੇ ਹੀ ਬਣਨਾ, ਜਾਂ ਮੈਨੂੰ ਇੱਥੇ 60,000 ਵੱਧ ਮਿਲ ਜਾਣਾ ਇੱਥੇ। ਸੋ ਇਸ ਤਰ੍ਹਾਂ ਦੇ ਲੀਡਰ ਨਹੀਂ, ਜਿਹੜੇ ਲੀਡਰ ਹੁੰਦੇ ਸੀ ਜਿਹੜੇ ਕਿ ਵੀ ਐਕਚੁਅਲੀ ਅਸੀਂ ਕਮਿਊਨਿਟੀ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾ ਰਹੇ ਹਾਂ। ਮੈਨੂੰ ਲੱਗਦਾ ਕਿ ਉਹੋ ਜਿਹੇ ਲੀਡਰਸ ਡਿਵੈਲਪ ਕਰਨ ਦੇ ਲਈ ਹਜੇ ਵੀ ਕੈਨੇਡਾ ਉੱਥੇ ਲੈਵਲ 'ਤੇ ਨਹੀਂ ਪਹੁੰਚਿਆ, ਪਰ ਕਿ ਜਿਹੜੀ ਇਨੀਸ਼ੀਅਲ ਫਰੀडम ਹੈ, ਜਿਹੜੀ ਬੇਸਿਕ ਜੀ ਕੱਚੀ ਜੀ ਫਰੀडम ਹੁੰਦੀ ਹੈ, ਉਹ ਜ਼ਰੂਰ ਇੱਥੇ ਬੱਚਿਆਂ ਨੂੰ ਮਿਲ ਗਈ ਹੈ। ਇੱਕ ਸਵਾਲ ਨਿੱਜੀ, ਤੁਸੀਂ ਰਾਜਨੀਤੀ 'ਚ ਕਿਉਂ ਨਹੀਂ ਗਏ ਅਜੇ ਤੱਕ? ਮੈਨੂੰ ਲੱਗਦਾ ਅਪਰੋਚ ਵੀ ਹੋਈ ਹੋਊਗੀ ਕੁਛ ਨਾ ਕੁਛ, ਬੜੇ ਲੰਬੇ ਸਮੇਂ ਤੋਂ ਤੁਸੀਂ ਕੰਮ ਵੀ ਕਰ ਰਹੇ ਹੋ, ਹੁਣ ਜਾ ਰਹੇ ਹੋ? 2014 ਦੇ ਵਿੱਚ ਜਦੋਂ ਪਹਿਲਾਂ ਅਸੀਂ ਉੱਥੇ ਹਾਲੈਂਡ ਪਾਰਕ ਦੇ ਵਿੱਚ ਟੀਚਰਸ ਐਸੋਸੀਏਸ਼ਨ ਦਾ ਉਹਨਾਂ ਨੇ ਸਟ੍ਰਾਈਕ ਕੀਤੀ ਸੀਗੀ, ਤਾਂ ਉਦੋਂ ਮੈਨੂੰ ਪਹਿਲਾ ਸਵਾਲ ਓਮਨੀ ਵਾਲਿਆਂ ਨੇ ਪੁੱਛਿਆ ਕਿ ਤੁਸੀਂ ਇਹ ਕਰ ਰਹੇ ਹੋ ਤਾਂ ਕਿਉਂਕਿ ਤੁਸੀਂ ਇੱਥੇ ਉਦੋਂ ਸਿਵਿਕ ਪਾਪੂਲਰ ਹੋਣੀ ਸੀ, ਉਹ ਕਹਿੰਦੇ ਆਫ ਈਅਰ ਪੁੱਛਦੀਆਂ ਤੁਹਾਨੂੰ ਮੈਂ, ਤੁਸੀਂ ਮੈਨੂੰ ਦੱਸ ਦਿਓ। ਮੈਂ ਕਿਹਾ ਜੀ ਨਹੀਂ, ਮੈਂ ਨਹੀਂ ਸੋਚਿਆ, ਹੈ ਨਾ। ਸੋ ਉਦੋਂ ਬਿਲਕੁਲ ਨਹੀਂ ਸੀ ਸੋਚਿਆ, ਪਰ ਹੁਣ ਜਿੰਨਾ ਕੁ ਜ਼ਿਆਦਾ ਇਨਵੋਲਵ ਹੋ ਰਹੀਆਂ, ਜਿੰਨਾ ਕੁ ਜ਼ਿਆਦਾ ਵਾਲਾਂ ਦੇ ਵਿੱਚ ਧੌਲੇ ਆ ਰਹੇ ਹੈ ਨਾ, ਉਹਨਾਂ ਜ਼ਿਆਦਾ ਫਿਕਰਮੰਦੀ ਹੁੰਦੀ ਹੈ ਕਿ ਮੈਂ ਆਪਣੀ ਬੱਚੀ ਤੇ ਆਪਣੇ ਜਿਹੜੇ ਗ੍ਰੈਂਡ ਕਿਡਸ ਆਉਣੇ, ਮੈਂ ਉਹਨਾਂ ਦੇ ਭਵਿੱਖ ਦੇ ਲਈ ਜ਼ਰੂਰ ਬਿਹਤਰ ਆਪਣਾ ਇਹ ਸਮਾਜ ਛੱਡ ਕੇ ਜਾਣਾ। ਉਹਦੇ ਲਈ ਜਦੋਂ ਮੈਨੂੰ ਸਹੀ ਲੱਗੂਗਾ, ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਕਿ ਹਾਂ ਕੁਛ ਗੱਲਾਂ ਆਪਾਂ ਨੂੰ ਬਹੁਤ ਸਾਲਾਂ ਤੋਂ ਅਪਰੋਚ ਕਰਦੇ ਆ, ਪਰ ਕਈ ਜ਼ਿੰਦਗੀ ਦੀਆਂ ਆਪਦੀਆਂ ਮਸਰੂਫੀਆਂ ਕਰਕੇ ਜਾਂ ਕੁਛ ਮੈਂ ਉੱਥੇ ਨਹੀਂ ਸਟੈਪ ਲਿਆ, ਪਰ ਜ਼ਰੂਰ ਲਵਾਂਗੀ ਕਿ ਮੈਨੂੰ ਲੱਗਦਾ ਕਿ ਇਹ ਮੇਰਾ ਫਰਜ਼ ਹੈ ਕਿ ਮੈਂ ਉਸ ਲੈਵਲ 'ਤੇ ਜਾ ਕੇ ਜਿੰਨੇ ਜੋਗੀ ਹਾਂ ਉਹ ਕੰਟਰੀਬਿਊਟ ਕਰਾਂ ਜੀ ਪੋਲੀਟੀਕਲੀ, ਡੈਫੀਨਿਟਲੀ। ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਦੋਸਤੋ, ਅਸੀਂ ਗੱਲਬਾਤ ਕੀਤੀ ਔਰ ਇਹਦੇ ਵਿੱਚ ਵੱਖ-ਵੱਖ ਜਿਹੜੀਆਂ ਆਪਣੇ ਖੇਤਰ ਦੇ ਵਿੱਚ ਪਹੁੰਚ ਚੁੱਕੀਆਂ ਕਿਸੇ ਥਾਂ ਦੇ ਉੱਤੇ, ਉਹਨਾਂ ਔਰਤਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਆ। ਮੀਰਾ ਗਿੱਲ ਜੀ ਦੇ ਆਪਣੇ ਵਿਚਾਰ, ਇਹਨਾਂ ਦੇ ਨਾਲ ਵੀ ਅਸੀਂ ਅਕਸਰ ਡਿਸਕਸ਼ਨ ਕਰਦੇ ਰਹਿੰਦੇ ਹਾਂ ਇਸ ਮੁੱਦੇ ਦੇ ਉੱਤੇ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਸਾਨੂੰ ਸਾਹਮਣਾ ਕਰਨਾ ਪਊਗਾ। ਬਰਾਬਰਤਾ ਹੈ ਨਹੀਂ ਹੈ, ਕਿੱਦਾਂ ਹੋ ਸਕਦੀ ਹੈ, ਪਰ ਘੱਟੋ-ਘੱਟ ਸਵਾਲ ਅੱਜ ਦੇ ਦਿਨ ਤੱਕ ਸੀਮਿਤ ਨਹੀਂ ਰਹਿਣੇ ਚਾਹੀਦੇ। ਸਾਰਾ ਸਾਲ ਇਹਨਾਂ ਦੀ ਗੱਲਬਾਤ ਹੋਣੀ ਚਾਹੀਦੀ ਹੈ। ਕੈਮਰਾਮੈਨ ਅਮਿਤ ਮਨੇਸਰ ਨਾਲ, ਜਿਸ ਕਾਰਨ ਚੈਨਲ ਪੰਜਾਬੀ ਸਰੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।